ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਨਾਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀਂ ਵਿਸਰਿਆ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸਿਧਾਰੀ। ਬੇਸੁਮਾਰ ਥਾਹ ਅਗਣਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਧਰੁ ਸੁਨੈ, ਜੋ ਕਾਲ ਕਿਰਪਾ ਕਰਾਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾਹ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਨਮਾਨਯੋਗ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਹੋਈ ਹੈ। ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਨ ਹੋ ਕਰਕੇ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਸਫਲ ਬਣਾਉਣ ਦਾ ਯਤਨ ਆਪ ਸੰਗਤਾਂ ਨੇ ਕੀਤਾ ਹੈ। ਸੋ ਆਓ ਮਨ ਸੁਰਤੀ ਬਿਰਤੀ ਨੂੰ ਇਕਾਗਰ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਪਵਿੱਤਰ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ, ਪਵਿੱਤਰ ਗੁਰਬਾਣੀ ਦੀ ਵਿਚਾਰ ਸਾਧ ਸੰਗਤ ਜੀ ਪਿਛਲੇ ਸਮੇਂ ਤੋਂ ਆਪਾਂ ਲੜੀਵਾਰ ਕਰਦੇ ਤੇ ਸੁਣਦੇ ਆ ਰਹੇ। ਅੱਜ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਕਿਰਪਾ ਕੀਤੀ ਹੈ, 12ਵੀਂ ਪੌੜੀ ਦੇ ਨਾਲ ਜੋ ਸ਼ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਦਰਜ ਹੈ, ਉਹਦੀ ਵਿਚਾਰ ਆਪਾਂ ਨੇ ਪ੍ਰਾਰੰਭ ਕਰਨੀ। ਸਵਾਓ ਥੋੜ੍ਹੇ ਸਮੇਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਵਡਿਆਈ, ਗੁਰਬਾਣੀ ਦੀ ਵਿਚਾਰ ਸਰਵਣ ਕਰਕੇ ਲਾਭ ਪ੍ਰਾਪਤ ਕਰੀਏ। ਸਾਰੀ ਸੰਗਤ ਪਿਆਰ ਸਤਿਕਾਰ ਸਹਿਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਸਾਧ ਸੰਗਤ ਜੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਰੱਬੀ ਬਾਣੀ ਵਿੱਚ ਬਖਸ਼ਿਸ਼ ਕਰਦੇ, ਦੁੱਖ ਦਾਰੂ ਸੁਖ ਰੋਗ ਭਇਆ। ਇਹ ਰੋਜ਼ ਹੀ ਪਾਠ ਆਪ ਜੀ ਸੰਧਿਆ ਵੇਲੇ ਸਰਵਣ ਕਰਦੇ ਹੋ। ਅੰਮ੍ਰਿਤ ਵੇਲੇ ਵੀ ਜਿਹੜਾ ਗੁਰੂ ਕਾ ਸਿੱਖ ਰੱਬੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦਾ ਨਿਤਨੇਮ ਕਰਦਾ ਜਾਂ ਕੀਰਤਨ ਸਰਵਣ ਕਰਦਾ ਹੈ, ਉਹ ਵੀ ਰੋਜ਼ ਹੀ ਇਹ ਸ਼ਬਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸਰਵਣ ਕਰਦਾ। ਤੇ ਸਾਧ ਸੰਗਤ ਜੀ, ਸਾਹਿਬ ਸੱਚੇ ਪਾਤਸ਼ਾਹ ਜੀ ਹੁਣ ਇਸ ਸ਼ਬਦ ਦੇ ਵਿੱਚ ਇਹ ਬਖਸ਼ਿਸ਼ ਕਰ ਰਹੇ ਨੇ, ਦੁੱਖ ਦਾਰੂ ਸੁਖ ਰੋਗ ਭਇਆ। ਦੁੱਖ ਦਾਰੂ ਸੁਖ ਰੋਗ ਭਇਆ ਸਿੱਧੇ ਅਰਥੇ ਦੇ ਹੋਣਗੇ ਕਿ ਦੁੱਖ ਦਾਰੂ ਹੈ ਤੇ ਸੁਖ ਰੋਗ ਨੇ।
ਹੁਣ ਇਹਦੇ ਅਰਥ ਵਿਦਵਾਨਾਂ ਨੇ ਕਰਨ ਲੱਗਿਆ ਕਈ ਪ੍ਰਕਾਰ ਦੇ ਅਰਥ ਕੀਤੇ ਨੇ। ਕਈਆਂ ਵਿਦਵਾਨਾਂ ਨੇ ਤੇ ਇਹ ਅਰਥ ਕੀਤੇ, ਕਹਿੰਦੇ ਜਿਹੜਾ ਦਾਰੂ ਸੀ ਨਾ ਦੁੱਖ ਦਾ, ਦੁੱਖ ਨੂੰ ਖਤਮ ਕਰਨ ਦਾ, ਉਹ ਦਾਰੂ ਬੰਦੇ ਨੇ ਅਪਣਾਇਆ ਨਹੀਂ। ਉਹ ਦਾਰੂ ਕੀ ਸੀ? ਉਹ ਦਾਰੂ ਸੀ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ। ਤੇ ਜਿਹੜੇ ਵਿਸ਼ੇ ਵਿਕਾਰਾਂ ਰੂਪੀ ਸੁੱਖ ਨੇ ਉਹਨੂੰ ਮਨੁੱਖ ਨੇ ਅਪਣਾ ਲਿਆ। ਕਲਯੁਗ ਦੇ ਭਿਆਨਕ ਸਮੇਂ ਦਾ ਪ੍ਰਭਾਵ ਇਹਦੇ ਮਨ ਦੇ ਉੱਤੇ ਹੋਇਆ, ਜਿਸ ਕਰਕੇ ਜਿਹੜਾ ਦਾਰੂ ਸੀ ਅੰਮ੍ਰਿਤ ਵੇਲੇ ਉੱਠਣਾ, ਉਹ ਦਾਰੂ ਇਹਨੇ ਅਪਣਾਇਆ ਨਹੀਂ, ਉਹ ਔਸਧੀ ਵਰਤੀ ਨਹੀਂ। ਅੰਮ੍ਰਿਤ ਵੇਲੇ ਉੱਠਣਾ ਜਿਹੜਾ ਬੜਾ ਦੁੱਖ ਰੂਪ ਲੱਗਦਾ ਹੈ ਇਹਨੂੰ, ਜੀਵ ਨੂੰ, ਤੇ ਜਿਹੜਾ ਸੌਣਾ ਹੈ ਅੰਮ੍ਰਿਤ ਵੇਲੇ ਦਾ ਉਹ ਸੁੱਖ ਰੂਪ ਲੱਗਦਾ। ਪਰ ਹੈ ਅਸਲ ਵਿੱਚ ਜਿਹੜਾ ਸੁੱਖ ਇਹਨੂੰ ਲੱਗਦਾ ਉਹ ਦੁੱਖ ਹੈ, ਤੇ ਜਿਹੜਾ ਇਹਨੂੰ ਦੁੱਖ ਲੱਗਦਾ ਉਹ ਸੁੱਖ ਹੈ। ਸਾਧ ਸੰਗਤ ਜੀ, ਗੁਰਬਾਣੀ ਵਿੱਚੋਂ ਪੜ੍ਹੀਏ ਤੇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰਹਿ ਜਾਏ ਮਨੁੱਖ। ਹਰ ਇੱਕ ਮਨੁੱਖ ਨੇ ਸੁੱਖ ਤੇ ਦੁੱਖ ਦੇ ਕੱਪੜੇ ਪਹਿਨੇ ਹੋਏ ਨੇ। ਇਹ ਸੱਚੀ ਗੱਲ ਆ। ਜੇ ਕਿਸੇ ਨੂੰ ਸੁੱਖ ਮਿਲਿਆ ਤੇ ਇਹਦਾ ਭਾਵ ਇਹ ਨਹੀਂ ਕਿ ਇਹ ਸਦੀਵ ਕਾਲ ਹੀ ਸੁੱਖ ਰਹੇਗਾ। ਇਹ ਦੁੱਖ ਵਿੱਚ ਬਦਲ ਸਕਦਾ ਹੈ ਤੇ ਜ਼ਰੂਰ ਬਦਲੇਗਾ, ਕਿਉਂਕਿ ਗੁਰਬਾਣੀ ਵਿੱਚ ਇਹ ਬਚਨ ਸੱਚੇ ਪਾਤਸ਼ਾਹ ਜੀ ਨੇ ਕੀਤੇ। ਕਹਿੰਦੇ ਸੁੱਖੈ ਕੋ ਦੁੱਖ ਅਗਲਾ। ਜਿਹੜਾ ਸੁੱਖ ਮੰਗਦੇ ਆ ਇਹਦੇ ਵਿੱਚ ਵੱਡਾ ਦੁੱਖ ਹੈ। ਮਨਮੁਖ ਬੂਝ ਨਾ ਹੋਏ, ਪਰ ਮਨਮੁਖ ਨੂੰ ਇਹ ਸਮਝ ਨਹੀਂ ਕਿ ਇਹ ਜਿਹੜਾ ਆਪਾਂ ਸੁੱਖ ਮੰਗ ਰਹੇ ਇਹਦੇ ਵਿੱਚ ਦੁੱਖ ਕਈ ਵਾਰੀ ਪ੍ਰਗਟ ਹੋ ਜਾਂਦੇ। ਤੇ ਸਾਧ ਸੰਗਤ ਜੀ, ਵਿਦਵਾਨਾਂ ਨੇ ਜਦੋਂ ਇਸ ਗੱਲ ਨੂੰ ਖੋਲ੍ਹਿਆ ਕਿ ਸੁੱਖ ਜਿਹੜਾ ਹੈ ਦੁੱਖ ਵਿੱਚ ਕਿੱਦਾਂ ਤਬਦੀਲ ਹੁੰਦਾ ਹੈ, ਤੇ ਉਹਨਾਂ ਨੇ ਫਿਰ ਵਿਚਾਰ ਦਿੱਤੀ। ਕਹਿੰਦੇ ਮੰਨ ਲਓ ਕਿਸੇ ਮਨੁੱਖ ਨੇ ਮੰਗ ਕੇ ਪਰਮੇਸ਼ਰ ਦੇ ਘਰ ਵਿੱਚੋਂ ਪੁੱਤਰ ਦੀ ਦਾਤ ਲਈ। ਹੁਣ ਸਾਧ ਸੰਗਤ ਜੀ, ਸੰਸਾਰ ਦਾ ਇਹ ਸੁਭਾਅ ਹੈ, ਧੀਆਂ ਦੇ ਨਾਲ ਪ੍ਰੇਮ ਨਹੀਂ। ਲੜਕੀ ਨੂੰ ਜਨਮ ਦੇਣ ਵਾਸਤੇ ਤੇ ਕੋਈ ਵੀ ਤਿਆਰ ਨਹੀਂ, ਤੇ ਜੇ ਜਨਮ ਹੋ ਵੀ ਜਾਂਦਾ ਤੇ ਮੂੰਹ ਵੇਖਣ ਵਾਲੇ ਹੀ ਹੁੰਦੇ ਨੇ। ਕਹਿੰਦੇ ਰੱਬ ਦਾ ਜੀ ਆਇਆ। ਤੇ ਕਈ ਵਾਰੀ ਮੈਂ ਮਾਈਆਂ ਨੂੰ ਇਹ ਕਹਿੰਦਿਆਂ ਸੁਣਿਆ, ਰੱਬ ਜੀ ਦੇ ਦਿੰਦਾ। ਇਹਦਾ ਭਾਵ ਜਿਹੜੀ ਬੱਚੀ ਪੈਦਾ ਹੋਈ ਉਹ ਜੀ ਨਹੀਂ। ਐਸੇ ਸ਼ਬਦ ਕਹਿੰਦਿਆਂ ਸੁਣਿਆ। ਪਰ ਸਾਧ ਸੰਗਤ ਜੀ, ਵਿਦਵਾਨਾਂ ਨੇ ਇਹ ਗੱਲ ਖੋਲੀ। ਕਹਿੰਦੇ ਕਈ ਵਾਰੀ ਮੰਗ ਕੇ ਬੰਦਾ ਪੁੱਤਰ ਲੈਂਦਾ, ਤੇ ਜਿਹੜਾ ਪੁੱਤਰ ਮੰਗ ਕੇ ਲਿਆ, ਕਈ ਵਾਰੀ ਐਸੇ ਵੀ ਲੋਕ ਵੇਖੀਦੇ ਨੇ ਜਿਨ੍ਹਾਂ ਨੇ ਧੀਆਂ ਦੇ ਕਤਲ ਕੀਤੇ, ਭਰੂਣ ਹੱਤਿਆ ਕੀਤੀ, ਤੇ ਫਿਰ ਪੁੱਤਰ ਦੀ ਦਾਤ ਮਿਲੀ। ਤੇ ਸਾਧ ਸੰਗਤ ਜੀ, ਫਿਰ ਜਿਹੜਾ ਪੁੱਤਰ ਹੋਇਆ, ਜਦੋਂ ਉਹ ਜਵਾਨ ਹੋਇਆ ਤੇ ਉਹਨੇ ਉਹ ਪਰੇਸ਼ਾਨੀਆਂ ਦਿੱਤੀਆਂ, ਉਹ ਦੁੱਖ ਦਿੱਤੇ। ਫਿਰ ਆਪ ਮੁਹਾਰੇ ਕਹਿਣਾ ਪਿਆ ਕਿ ਤੇਰੇ ਨਾਲੋਂ ਤੇ ਨਾ ਹੀ ਆਉਂਦਾ, ਤੂੰ ਤੇ ਚੰਗੀ ਗੱਲ ਇਹਦੇ ਨਾਲ। ਇਹ ਸਾਧ ਸੰਗਤ ਜੀ ਦਾ ਭਾਵ ਇਹ ਹੈ ਕਿ ਪਹਿਲਾਂ ਸੁੱਖ ਮੰਗਿਆ, ਪਰ ਉਹ ਸੁੱਖ ਦੁੱਖ ਵਿੱਚ ਬਦਲ ਗਿਆ। ਇਸੇ ਪ੍ਰਕਾਰ ਸਾਧ ਸੰਗਤ ਜੀ, ਗੁਰਬਾਣੀ ਵਿੱਚ ਬਚਨ ਆਉਂਦੇ। ਸੱਚੇ ਪਾਤਸ਼ਾਹ ਜੀ ਕਹਿੰਦੇ, ਬਾਬਾ ਫਰੀਦ ਸਾਹਿਬ ਜੀ ਨੂੰ ਪੁੱਛੀਏ ਕਿ ਦੁੱਖ ਕੱਲਾ ਆਪਾਂ ਨੂੰ ਹੀ ਹੈ ਕਿ ਜਾਂ ਸੰਸਾਰ ਦੇ ਵਿੱਚ ਹੋਰ ਕਿਸੇ ਨੂੰ ਵੀ ਹੈ? ਤੇ ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੂ। ਮੈਂ ਜਾਣਿਆ ਕਿ ਦੁੱਖ ਕੱਲਾ ਮੈਨੂੰ ਹੀ ਹੈ, ਪਰ ਜਦੋਂ ਮੈਂ ਥੋੜਾ ਉੱਚਾ ਹੋ ਕੇ ਵੇਖਿਆ, ਅਵਸਥਾ ਉੱਚੀ ਕੀਤੀ, ਸੁਰਤ ਨੂੰ ਉੱਚਾ ਕੀਤਾ, ਤੇ ਸਾਰੇ ਸੰਸਾਰ ਵਿੱਚ ਝਾਤ ਮਾਰੀ ਤੇ ਸਾਰੇ ਦੁਖੀ ਲੱਗੇ। ਸੁਖੀ ਕੋਈ ਵੀ ਨਹੀਂ ਦਿਖਿਆ। ਤੇ ਇਹ ਸੱਚੀ ਗੱਲ ਆ। ਕਿਸੇ ਨੂੰ ਛੇੜ ਕੇ ਵੇਖੋ, ਆਪਣਾ ਦੁੱਖ ਇੱਕ ਸੁਣਾਓ, ਅਗਲਾ 10 ਸੁਣਾ ਦਿੰਦਾ। ਤੇ ਇਸ ਪ੍ਰਕਾਰ ਵੀ ਵਿਦਵਾਨਾਂ ਨੇ ਇਹਦੇ ਅਰਥ ਕੀਤੇ। ਕਹਿੰਦੇ ਪਹਿਲਾਂ ਨਾ ਅੱਗ ਬਲਣੀ ਤੇ ਲੋਕਾਂ ਦੇ ਘਰ ਦੇ ਵਿੱਚੋਂ ਧੂੰਆਂ ਦਿਖ ਜਾਂਦਾ ਸੀ ਕਿ ਇਹ ਅੱਗ ਬਲ ਰਹੀ ਹੈ, ਤੇ ਧੂੰਆਂ ਜਿਹੜਾ ਹੈ ਇਹਦਾ ਲਖਾਇਕ ਹੈ ਕਿ ਅੱਗ ਬਲ ਚੁੱਕੀ। ਤੇ ਆਂਦੇ ਪਹਿਲਾਂ ਜਿਹੜਾ ਧੂੰਆਂ ਦਿਖਦਾ ਸੀ ਪਤਾ ਲੱਗ ਜਾਂਦਾ ਸੀ। ਹੁਣ ਸਿਲੰਡਰ ਦਾ ਜ਼ਮਾਨਾ ਆ ਗਿਆ, ਹੁਣ ਧੂੰਆਂ ਤੇ ਦਿਖਦਾ ਹੀ ਨਹੀਂ, ਪਰ ਅੱਗ ਤੇ ਬਲ ਰਹੀ ਹੈ ਨਾ। ਚਲੋ ਸਿਲੰਡਰ ਦਾ ਜ਼ਮਾਨਾ ਮੁੱਕੇਗਾ, ਫਿਰ ਬੱਤੀ ਦਾ ਕੋਈ ਐਸਾ ਪ੍ਰਯੋਜਨ ਬਣ ਜਾਏਗਾ, ਕੋਈ ਐਸਾ ਸਾਧਨ ਬਣ ਜਾਏਗਾ। ਬਣ ਵੀ ਗਏ ਕਿ ਪਤਾ ਹੀ ਨਹੀਂ ਲੱਗਦਾ ਅੱਗ ਬਲ ਰਹੀ ਹੈ ਕਿ ਨਹੀਂ ਬਲ ਰਹੀ। ਸਿਲੰਡਰ ਦੀ ਚਲੋ ਥੋੜੀ ਬਹੁਤੀ ਗੈਸ ਦੀ ਆਵਾਜ਼ ਆ ਜਾਂਦੀ,
ਤੇ ਸਾਧ ਸੰਗਤ ਜੀ ਧੂੰਆਂ ਨਿਕਲਦਾ ਸੀ, ਪਤਾ ਲੱਗਦਾ ਸੀ ਕਿ ਇਹਦੇ ਘਰ 'ਚ ਅੱਗ ਬਲਦੀ ਹੈ। ਤੇ ਪਹਿਲਾਂ ਲੋਕਾਂ ਦੇ ਘਰਾਂ ਵਿੱਚੋਂ ਪਤਾ ਲੱਗ ਜਾਂਦਾ ਸੀ ਕਿ ਫਲਾਨਾ ਦੁਖੀ ਹੈ, ਕਿਉਂਕਿ ਉਹ ਆਪ ਦੱਸ ਦਿੰਦਾ ਸੀ ਜਾਂ ਉਹਦੇ ਚਿਹਰੇ ਦੱਸ ਦਿੰਦੇ ਸਨ ਜਾਂ ਲਾਗੇ ਵਾਲੇ ਲੋਕ ਦੱਸ ਦਿੰਦੇ ਸਨ ਕਿ ਭਾਈ ਇਹ ਦੁਖੀ ਹੈ ਬੜਾ। ਤੇ ਹੁਣ ਕਈ ਵਾਰੀ ਬਾਹਰੋਂ ਬੰਦਾ ਲਿੰਬਿਆ ਚੋਪੜਿਆ ਹੁੰਦਾ, ਤਿਆਰ ਬਰ ਤਿਆਰ, ਤੇ ਅੰਦਰ ਦੁੱਖ ਨਾਲ ਭਰਿਆ ਹੁੰਦਾ, ਪਰ ਫਿਰ ਵੀ ਕਿਤੋਂ ਨਾ ਕਿਤੋਂ ਆਵਾਜ਼ ਨਿਕਲ ਜਾਂਦੀ ਹੈ ਕਿ ਦੁਖੀ ਹੈ। ਤੇ ਤੀਜੀ ਗੱਲ, ਹੁਣ ਸਮਾਂ ਐਸਾ ਆ ਰਿਹਾ ਹੈ ਕਿ ਸਾਧ ਸੰਗਤ ਜੀ ਬਾਹਰੋਂ ਦੇਖਣ ਨੂੰ ਤੇ ਐ ਲੱਗੇਗਾ ਕਿ ਬੰਦਾ ਬੜਾ ਸੁਖੀ। ਕਈ ਵਾਰੀ ਵੇਖਣ ਨੂੰ ਮਿਲਦੇ ਬੰਦੇ ਚਿੱਟੇ ਬਸਤਰ ਪਹਿਨੇ, ਚੰਗੀ ਗੱਡੀ ਤੇ ਬੈਠਾ, ਚੰਗਾ ਰਹਿਣ ਸਹਿਣ, ਖਾਣ ਪੀਣ, ਪਰ ਪਤਾ ਉਦੋਂ ਲੱਗਦਾ ਜਦੋਂ ਉਹਦੇ ਅੰਦਰ ਦੀ ਕਿਤਾਬ ਨਾ, ਅੰਦਰ ਦੀ ਕਤਾਰ ਵੇਖੀਏ ਦੁੱਖਾਂ ਦੀ, ਤੇ ਬਹੁਤੀ ਵੱਡੀ, ਸਾਡੇ ਨਾਲੋਂ ਵੀ ਜ਼ਿਆਦਾ ਦੁੱਖ ਨੇ। ਸਾਧ ਸੰਗਤ ਜੀ ਬੰਦਾ ਬਾਹਰੋਂ ਦਿਖਦਾ ਦੁਖੀ ਨਹੀਂ, ਪਰ ਅੰਦਰੋਂ ਇੰਨਾ ਕੁ ਦੁਖੀ ਹੈ ਕਿ ਦੁਨੀਆ ਵੇਖ ਕੇ ਹੈਰਾਨ ਰਹਿ ਜਾਂਦੀ। ਤੇ ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਮੈਂ ਤੇ ਜਾਣਿਆ ਸੀ ਕਿ ਦੁੱਖ ਮੈਨੂੰ ਹੀ ਹੈ, ਪਰ ਦੁੱਖ ਸਬਾਇਆ ਜਗ, ਸਾਰੇ ਸੰਸਾਰ ਨੂੰ ਹੀ ਦੁੱਖ ਵਿਆਪਿਆ ਹੋਇਆ। ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਉੱਚੇ ਚੜ ਕੇ ਵੇਖਿਆ ਤੇ ਘਰ ਘਰ ਦੁੱਖਾਂ ਦੀ ਅੱਗ ਜਿਹੜੀ ਉਹ ਬਲ ਰਹੀ ਹੈ। ਹਰ ਇੱਕ ਘਰ ਦੇ ਵਿੱਚ ਦੁੱਖ ਜਿਹੜਾ ਹੈ ਉਹ ਅੱਗ ਦੀ ਨਿਆਈ ਬਲ ਰਿਹਾ ਹੈ, ਹਰ ਇੱਕ ਹੀ ਦੁਖੀ। ਤੇ ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ, ਇੱਕ ਜਗ੍ਹਾ ਤੇ ਆਉਂਦਾ ਕਿ ਦੁੱਖ ਆਏ ਕਿੱਦਾਂ, ਉਹ ਵੀ ਬਚਨ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ। ਪਹਿਲਾਂ ਤੇ 4 ਦੁੱਖਾਂ ਦੀ ਗੱਲ ਕੀਤੀ, 4 ਤਰ੍ਹਾਂ ਦੇ ਦੁੱਖ ਲਿਖੇ ਨੇ। ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਦੁੱਖਾਂ ਦਾ ਕਾਰਨ ਕੀ ਹੈ, ਕਿਉਂ ਦੁੱਖ ਆਉਂਦੇ। ਉਹ ਬਾਣੀ ਦੀਆਂ ਪੰਕਤੀਆਂ ਸੱਚੇ ਪਾਤਸ਼ਾਹ ਜੀ ਕਹਿੰਦੇ, ਦੁੱਖ ਵਿਛੋੜਾ। ਪਹਿਲਾ ਦੁੱਖ ਤੇ ਬਹੁਤ ਵੱਡਾ ਜਿਹਨੂੰ ਕਹਿੰਦੇ ਨੇ ਉਹ ਵਿਛੋੜੇ ਦਾ ਦੁੱਖ ਹੈ। ਇੱਕ ਤੇ ਸੰਸਾਰੀ ਵਿਛੋੜਾ ਵੀ ਬੜਾ ਵੱਡਾ ਦੁੱਖ ਹੈ, ਕਿਸੇ ਦਾ ਕੋਈ ਵਿਛੜ ਜਾਣਾ ਦੁੱਖ ਹੈ, ਪਰ ਰੱਬ ਨਾਲੋਂ ਜੀਵ ਦਾ ਵਿਛੜ ਜਾਣਾ ਇਹ ਸਭ ਤੋਂ ਵੱਡਾ ਦੁੱਖ ਹੈ। ਇੱਕ ਦੁੱਖ ਭੂਖ, ਤੇ ਦੂਜਾ ਦੁੱਖ ਜਿਹੜਾ ਵੱਡਾ ਜਿਹਨੂੰ ਕਿਹਾ ਉਹ ਕਹਿੰਦੇ ਤ੍ਰਿਸ਼ਨਾ ਦਾ ਦੁੱਖ ਹੈ। ਤ੍ਰਿਸ਼ਨਾ, ਭੁੱਖ ਮਾਨੇ ਤ੍ਰਿਸ਼ਨਾ, ਨਾ ਬੰਦੇ ਦੀ ਬੁੱਝਣੀ ਤੇ ਨਾ ਬੁੱਝੀ ਹੈ, ਨਾ ਰੱਜ ਹੋਣਾ ਹੈ। ਜਿੰਨਾ ਚਿਰ ਰੱਜ ਨਹੀਂ ਹੋਣਾ, ਇੱਛਾਵਾਂ ਵੱਧਦੀਆਂ ਜਾਣੀਆਂ ਤੇ ਇਹ ਦੁੱਖ ਨੇ ਦੁਖੀ ਕਰੀ ਜਾਣਾ। ਤੇ ਤੀਜੀ ਗੱਲ ਸੱਚੇ ਪਾਤਸ਼ਾਹ ਜੀ ਕਹਿੰਦੇ, ਇੱਕ ਦੁੱਖ ਸਖਤ ਵਾਰ ਜਮਦੂਤ। ਇੱਕ ਦੁੱਖ ਜਿਹੜਾ ਵੱਡਾ ਸਤਾ ਰਿਹਾ ਹੈ ਉਹ ਅੱਗੇ ਅਖੀਰਲਾ ਪੜਾਅ ਜਿਹੜਾ ਹੈ ਨਾ ਮੌਤ ਦਾ, ਉਹ ਸਤਾ ਰਿਹਾ। ਮੌਤ ਬੰਦੇ ਨੂੰ ਬੜਾ ਸਤਾਉਂਦੀ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਮੁਕਾਮ ਘਰ ਘਰ ਬੈਸਣਾ, ਨਿਤ ਚੱਲਣੇ ਕੀ ਧੋਖ। ਬੰਦਾ ਮੁਕਾਮ ਬਣਾਉਂਦਾ, ਕੋਈ ਵੀ ਚੀਜ਼ ਬਣਾਉਂਦਾ ਰਹਿਣ ਵਾਸਤੇ, ਤੇ ਕਈ ਵਾਰੀ ਮਨ ਚ ਆ ਜਾਂਦਾ ਯਾਰ ਕਿਤੇ ਬਣਾਉਂਦੇ ਨਾ ਰਹਿ ਜਾਈਏ, ਸਮਾਂ ਹੀ ਨਾ ਮੁੱਕ ਜਾਏ। ਮੌਤ ਦਾ ਦੁੱਖ ਸਤਾਉਂਦਾ ਹੈ। ਜਦੋਂ ਚੇਤੇ ਕਰੀਏ ਮੌਤ ਨੂੰ ਉਦੋਂ ਹੀ ਬੰਦਾ ਦੁਖੀ ਹੋ ਜਾਂਦਾ। ਤੇ ਸਾਧ ਸੰਗਤ ਜੀ ਮਾਫ ਕਰਿਓ, ਮੌਤ ਦੀ ਗੱਲ ਤੇ ਜਦੋਂ ਚੇਤੇ ਆਉਂਦੀ ਕਈ ਵਾਰੀ ਤੇ ਬੰਦੇ ਕਹਿ ਦਿੰਦੇ ਯਾਰ ਤੁਸੀਂ ਮੌਤ ਦੀਆਂ ਗੱਲਾਂ ਕਰੀ ਜਾਂਦੇ। ਤੇ ਮੌਤ ਜਿਹੜੀ ਆ ਨਾ ਇਹ ਇੱਕ ਦੁੱਖ ਹੈ ਬਹੁਤ ਵੱਡਾ, ਇਹ ਸਤਾਉਂਦਾ ਹੈ ਬੰਦੇ ਨੂੰ। ਤੇ ਅਗਲੀ ਗੱਲ ਕੀਤੀ ਸੱਚੇ ਪਾਤਸ਼ਾਹ ਜੀ ਕਹਿੰਦੇ, ਇੱਕ ਦੁੱਖ ਰੋਗ ਲੱਗਾ ਤਨ ਧਾਏ। ਇੱਕ ਦੁੱਖ ਇਹ ਹੈ ਕਿ ਸਰੀਰ ਨੂੰ ਕੋਈ ਰੋਗ ਨਾ ਲੱਗ ਜਾਏ, ਤੇ ਜੇ ਰੋਗ ਲੱਗ ਗਿਆ ਤੇ ਫਿਰ ਤੇ ਬੰਦੇ ਨੂੰ ਜਿੰਨਾ ਮਰਜੀ ਧਰਵਾਸ ਦਈ ਜਾਈਏ, ਜਿੰਨਾ ਮਰਜੀ ਉਹਨੂੰ ਹੌਸਲਾ ਦਈਏ, ਕੋਈ ਨਹੀਂ ਤੂੰ ਤਗੜੇ ਹੋ ਜਾਣਾ, ਠੀਕ ਹੋ ਜਾਣਾ, ਪਰ ਉਹਦੇ ਅੰਦਰ ਤੇ ਉਹ ਹੈ ਕਿਤੇ ਦੁੱਖ ਮੇਰੀ ਮੌਤ ਦਾ ਕਾਰਨ ਹੀ ਨਾ ਬਣੇ। ਇੱਕ ਦੁੱਖ ਰੋਗ ਲੱਗਾ ਤਨ ਧਾਏ। ਤੇ ਸਤਿਗੁਰੂ ਜੀ ਕਹਿੰਦੇ ਵੈਦ ਨਾ ਭੋਲੇ ਦਾਰੂ ਲਾਏ। ਜਿਹੜੇ ਇਹ ਦੁੱਖ ਨੇ ਇਹਨਾਂ ਦਾ ਦਾਰੂ ਵੈਦਾਂ ਕੋਲ ਨਹੀਂ। ਹੇ ਭੋਲੇ ਵੈਦ, ਤੂੰ ਇਹ ਰੋਗਾਂ ਨੂੰ ਨਹੀਂ ਖਤਮ ਕਰ ਸਕਦਾ ਦਵਾਈ ਦੇ ਕੇ। ਤੇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਦੁੱਖ ਪੈਦਾ ਕਿੱਦਾਂ ਹੋਏ। ਇਹ ਪੈਦਾ ਹੋਣ ਦਾ ਕਾਰਨ ਸੱਚੇ ਪਾਤਸ਼ਾਹ ਜੀ ਕਹਿੰਦੇ ਦੁਨੀਆ ਦੇ ਸੰਸਾਰ ਦੇ ਪਦਾਰਥਾਂ ਦੇ ਭੋਗਾਂ ਵਿੱਚ ਲੱਗਣਾ ਇਹਨਾਂ ਦੁੱਖਾਂ ਦਾ ਪੈਦਾ ਹੋਣ ਦਾ ਕਾਰਨ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀਆਂ ਪੰਕਤੀਆਂ ਕਹਿੰਦੇ ਰੱਬ ਨੂੰ ਮਨ ਅੰਧੇ ਕੋ ਮਿਲੇ ਸਜਾਏ। ਕਿਉਂ ਮਿਲ ਰਹੀ ਹੈ ਸਜ਼ਾ? ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਭੁੱਲਣ ਕਰਕੇ ਮਿਲ ਰਹੀ ਹੈ। ਕਹਿੰਦੇ ਨਾਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ।
ਰੱਬ ਨੂੰ ਭੁਲਾ ਕਰਕੇ ਤੇ ਸੰਸਾਰ ਦੇ ਭੋਗਾਂ ਵਿੱਚ ਫਸਿਆ। ਇਸ ਕਰਕੇ ਸਰੀਰ ਦੇ ਵਿੱਚ ਰੋਗ ਉੱਠ ਪਏ ਤੇ ਇਹਨਾਂ ਰੋਗਾਂ ਦੀ ਦਵਾਈ ਕੋਈ ਨਹੀਂ। ਦਰਦ ਹੋਵੇ ਦੁੱਖ ਰਹਿ ਸਰੀਰ, ਐਸਾ ਦਾਰੂ ਲੱਗੈ ਨਾ ਵੀਰ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਐਸੀ ਦਵਾਈ ਕਿਤੋਂ ਵੀ ਨਹੀਂ ਮਿਲਣੀ ਜਿਹੜੀ ਸਰੀਰ ਦੇ ਰੋਗਾਂ ਨੂੰ ਖਤਮ ਕਰ ਦੇਗੀ, ਕਿਉਂਕਿ ਲੱਗੇ ਨੇ ਜੀਵ ਨੇ ਆਪ ਸੇੜੇ ਹੋਏ ਨੇ। ਤੇ ਇਹਨਾਂ ਦੀ ਦਵਾਈ ਕਿੱਥੇ ਹੈ? ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਦੀ ਦਵਾਈ ਹੈ ਮੇਰਾ ਵੈਦ ਗੁਰੂ ਗੋਬਿੰਦਾ। ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਹਰੀ ਪਰਮੇਸ਼ਰ ਦੇ ਨਾਮ ਦੀ ਦਵਾਈ ਦੇ ਨਾਲ ਇਹ ਰੋਗ ਖਤਮ ਹੋਣਗੇ। ਤੇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਦੁੱਖ ਦਾਰੂ, ਦਾਰੂ ਸੀ ਦੁੱਖ ਭਾਵ ਸਰੀਰ ਨੂੰ ਕਸ਼ਟ ਦੇਣਾ, ਸਵੇਰੇ ਉੱਠਣਾ, ਇਹ ਦਾਰੂ ਸੀ। ਪਰ ਇਹ ਦਵਾਈ ਨਹੀਂ ਵਰਤੀ, ਇਸ ਦਵਾਈ ਨੂੰ ਦੁੱਖ ਸਮਝਿਆ। ਤੇ ਦੁਨੀਆ ਦੇ ਵਿੱਚ ਕੋਈ ਐਸੀ ਦਵਾਈ ਨਹੀਂ ਜਿਹੜੀ ਖਾਣ ਵਿੱਚ ਸਵਾਦ ਵੀ ਹੋਵੇ ਤੇ ਰੋਗ ਵੀ ਖਤਮ ਕਰੇ। ਜਿਹੜੀ ਚੀਜ਼ ਨੂੰ ਖਾਣ ਵਿੱਚ ਸਵਾਦ ਆਉਂਦਾ ਨਾ ਸਾਧ ਸੰਗਤ ਜੀ, ਉਹ ਕਦੇ ਸਰੀਰ ਦੇ ਰੋਗ ਵਾਸਤੇ ਨਹੀਂ ਜੇ ਕਾਰਗਰ ਹੋ ਸਕਦੀ। ਦਵਾਈਆਂ ਉਹ ਹੀ ਕਾਰਗਰ ਹੁੰਦੀਆਂ ਜਿਹੜੀਆਂ ਕੌੜੀਆਂ ਹੁੰਦੀਆਂ ਨੇ। ਕੌੜੀ ਦਵਾਈ ਸਰੀਰ ਨੂੰ ਛੇਤੀ ਫਾਇਦਾ ਕਰਦੀ ਹੈ। ਤੇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਕੌੜੀ ਦਵਾਈ ਖਾ ਕੇ ਤੂੰ ਰੋਗ ਤੋਂ ਨਿਰੁਕਤ ਹੋ ਸਕਦਾ, ਬਚ ਸਕਦਾ। ਇਸੇ ਤਰ੍ਹਾਂ ਸਰੀਰ ਨੂੰ ਕਸ਼ਟ ਦੇਣਾ ਪਵੇਗਾ ਸਵੇਰੇ ਜੇ ਰੋਗ ਲਾਉਣੇ ਚਾਹੁੰਦਾ ਨਾ, ਜੇ ਦੁੱਖ ਮੁਕਾਉਣੇ ਚਾਹੁੰਦਾ ਤੇ ਸਵੇਰੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਜਪ। ਦੁੱਖ ਦਾਰੂ ਸੁੱਖ ਰੋਗ ਭਇਆ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਤੂੰ ਸੁੱਖ ਦੁਨੀਆ ਦੇ ਵੇਖ ਰਿਹਾ ਨਾ, ਵਿਸ਼ੇ ਵਿਕਾਰਾਂ ਦੇ ਸੁੱਖ, ਇਹ ਤੇ ਖਿਨ ਭੰਗਰ ਹਨ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਇੱਕ ਦਿਨ ਰੋਗ ਬਣ ਜਾਣਗੇ। ਜਾ ਸੁੱਖ ਜਿਹੜੇ ਸੁੱਖਾਂ ਨੂੰ ਤੂੰ ਵੇਖ ਰਿਹਾ ਤਾਮ ਨਾ ਹੋਈ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਨੇ ਤੇਰੇ ਅੰਦਰੋਂ ਆ ਜਿਹੜੀ ਇੱਛਾ ਆ ਨਾ, ਜਿਹੜੀ ਤ੍ਰਿਸ਼ਨਾ ਦੀ ਇੱਛਾ, ਇਹ ਨਹੀਂ ਮੁਕਾਉਣੀ। ਜਾ ਸੁੱਖ ਤਾਮ ਨਾ ਹੋਈ, ਤੈਨੂੰ ਕੋਈ ਸੁੱਖ ਨਹੀਂ ਮਿਲ ਸਕਦਾ। ਤਾਮ ਮਾਨੇ ਤਾਮਸ਼ੀ, ਤਾਮ ਮਾਨੇ ਇੱਛਾ। ਜਿਨ੍ਹਾਂ ਨੇ ਸਵੇਰੇ ਉੱਠ ਕੇ ਭਜਨ ਕੀਤਾ ਹੈ ਉਹਨਾਂ ਦੇ ਅੰਦਰੋਂ ਇੱਛਾ ਮੁੱਕ ਗਈ। ਕਿਹੜੀ? ਸੰਸਾਰ ਦੇ ਸੁੱਖਾਂ ਦੀ। ਤੇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸੰਸਾਰ ਦੇ ਸੁੱਖ ਫਿਰ ਉਹਨੇ ਵਿਸਾਰ ਦਿੱਤੇ। ਹੁਣ ਬੀਤਰਾਗ ਸਾਧੂ ਜਿਹੜੇ ਹੁਣ ਵੈਰਾਗਵਾਨ ਵੈਰਾਗੀ ਸਾਧੂ ਜਿਹੜੇ ਨੇ ਉਹ ਤਿਆਗ ਵਿੱਚ ਸੁੱਖ ਮੰਨਦੇ ਨੇ, ਉਹ ਸੰਸਾਰ ਦੇ ਪਦਾਰਥਾਂ ਵਿੱਚੋਂ ਸੁੱਖ ਨਹੀਂ ਮੰਨਦੇ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਸੁੱਖ ਜਿਹੜੇ ਨੇ ਦੁੱਖ ਬਣਨਗੇ। ਜਿਹੜੇ ਦੁੱਖ ਲੱਗਦੇ ਸਾਨੂੰ ਉਹ ਸੁੱਖ ਬਣਨਗੇ। ਤੇ ਜਿਨ੍ਹਾਂ ਨੇ ਦੁੱਖ ਨੂੰ ਸੁੱਖ ਮੰਨ ਲਿਆ ਹੈ ਫਿਰ ਉਹਨਾਂ ਦੇ ਅੰਦਰੋਂ ਸਾਰੀਆਂ ਇੱਛਾਵਾਂ ਹੀ ਮੁੱਕ ਗਈਆਂ। ਉਹ ਸਦੀਵ ਕਾਲ ਵਾਸਤੇ ਸੁਖੀ ਹੋ ਗਏ ਹਨ। ਤੂੰ ਕਰਤਾ ਕਰਨਾ ਮੈਂ ਨਾਹੀ। ਹੇ ਪਰਮੇਸ਼ਰ ਤੂੰ ਕਰਤਾ ਕਰਨਾ, ਤੂੰ ਕਰਨ ਵਾਲਾ ਹੈ, ਤੂੰ ਸਭ ਕੁਝ ਬਣਾਉਣ ਵਾਲਾ ਹੈ। ਫਿਰ ਤੇਰੀ ਦਇਆ ਦੀ ਦ੍ਰਿਸ਼ਟੀ ਸਾਰਿਆਂ ਉੱਤੇ। ਹੇ ਪਰਮੇਸ਼ਰ ਜੀ ਤੁਹਾਡੀ ਦ੍ਰਿਸ਼ਟੀ, ਕਰੁਣਾ ਨਾਮ ਦ੍ਰਿਸ਼ਟੀ ਦਾ ਵੀ, ਦਇਆ ਦਾ ਵੀ ਹੈ ਤੇ ਕਰੁਣਾ ਨਾਮ ਕਰਨ ਦਾ ਵੀ ਹੈ। ਹੇ ਪ੍ਰਮਾਤਮਾ ਜੀ ਸਭ ਕੁਝ ਬਣਾਉਣ ਵਾਲਾ ਤੂੰ ਹੈ ਤੇ ਸਾਰੇ ਜੀਵਾਂ ਦੇ ਉੱਤੇ ਤੇਰੀ ਦਇਆ ਦੀ ਦ੍ਰਿਸ਼ਟੀ ਹੈ। ਜਾਹ ਕਰੀ ਨਾ ਹੋਈ। ਤੇ ਨਾਲ ਇਹ ਬਚਨ ਕੀਤਾ ਮੈਂ ਨਾਹੀਂ, ਤੂੰ ਕਰਤਾ ਕਰਨਾ ਮੈਂ ਨਾਹੀਂ। ਕਰਨਾ ਤੇ ਜਾ ਕੇ ਵਿਸਰਾਮ ਲੱਗਣਾ। ਮੈਂ ਨਾਹੀਂ ਮਾਨੇ ਮੈਂ ਕੁਛ ਵੀ ਨਹੀਂ। ਤੂੰ ਦਇਆ ਦਾ ਸਾਗਰ ਆ, ਤੂੰ ਬਣਾਉਣ ਵਾਲਾ ਸਾਰਾ ਕੁਛ ਤੇ ਮੈਂ ਕੁਛ ਵੀ ਨਹੀਂ। ਤੇ ਮੈਂ ਐਵੇਂ ਹਉਮੈ ਕਰੀ ਫਿਰਾਂ ਕਿ ਮੇਰਾ ਬਣਾਇਆ ਕੁਛ ਬਣਿਆ। ਬੰਦੇ ਨੇ ਯਤਨ ਬੜਾ ਕੀਤਾ ਹੈ ਬਣਾਉਣ ਵਾਸਤੇ ਸੰਸਾਰ ਨੂੰ, ਬੜਾ ਕੁਛ ਕੀਤਾ ਹੈ। ਤੇ ਬੰਦਾ ਇੱਥੋਂ ਤੱਕ ਵੀ ਕਹਿੰਦਾ ਕਿ ਜੇ ਮੈਂ ਨਾ ਇੰਨੀ ਮਿਹਨਤ ਕਰਦਾ ਤੇ ਏਦਾਂ ਬਣਨਾ ਨਹੀਂ ਸੀ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਪ੍ਰਮਾਤਮਾ ਤੂੰ ਹੀ ਬਣਾਉਣ ਵਾਲਾ, ਤੂੰ ਹੀ ਦਇਆ ਦਾ ਸਾਗਰ ਆ, ਮੈਂ ਕੁਛ ਵੀ ਨਹੀਂ। ਮੈਂ ਤੇ ਤੁਛ ਹਾਂ ਕਿਉਂਕਿ ਤੇ ਮੇਰਾ ਕੀਆ ਕਛੁ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਹੇ ਪ੍ਰਮਾਤਮਾ ਜੋ ਤੂੰ ਕਰਦਾ ਉਹੀ ਹੁੰਦਾ, ਮੇਰਾ ਕੀਤਾ ਤੇ ਕੁਛ ਵੀ ਨਹੀਂ ਹੁੰਦਾ। ਭਗਤ ਨਾਮਦੇਵ ਜੀ ਕਹਿੰਦੇ। ਤੇ ਕਬੀਰ ਸਾਹਿਬ ਕੀ ਕਹਿੰਦੇ? ਕਬੀਰ ਕਹਿੰਦੇ ਹੇ ਕਬੀਰ ਸਾਹਿਬ ਜੀ ਕਹਿੰਦੇ ਹੇ ਪ੍ਰਮਾਤਮਾ ਜੇ ਮੈਂ ਆਖਾਂ ਨਾ ਮੈਂ ਕੁਛ ਬਣਾ ਸਕਦਾ, ਮੇਰੇ ਕੋਲੋਂ ਨਹੀਂ ਬਣਨਾ ਕੁਛ ਵੀ। ਇਹ ਤੇਰੀ ਦ੍ਰਿਸ਼ਟੀ, ਤੇਰੀ ਨਜ਼ਰ ਦੇ ਨਾਲ ਹੀ ਸਾਰਾ ਕੁਝ ਬਣਿਆ ਤੇ ਤੂੰ ਹੀ ਬਣਾ ਸਕਦਾ, ਮੈਂ ਨਹੀਂ ਕੁਛ ਵੀ ਬਣਾ ਸਕਦਾ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਮੈਂ ਨਾਹੀਂ, ਮੈਂ ਕੁਛ ਵੀ ਨਹੀਂ। ਤੂੰ ਕਰਤਾ ਕਰਨਾ ਮੈਂ ਨਾਹੀਂ, ਜਾ ਹਉ ਕਰੀ ਨਾ ਹੋਈ।
ਇਸ ਕਰਕੇ ਮੇਰਾ ਬਣਾਇਆ ਹੋਇਆ ਕੁਝ ਵੀ ਨਹੀਂ ਬਣੇਗਾ। ਪ੍ਰਮਾਤਮਾ ਤੂੰ ਹੀ ਬਣਾਉਣ ਵਾਲਾ, ਤੂੰ ਹੀ ਬਣਾ ਸਕਦਾ ਹਾਂ। ਬਲਿਹਾਰੀ ਕੁਦਰਤ ਵਸਿਆ। ਬਲਿਹਾਰੀ ਇੱਥੇ ਵਿਸਰਾਮ ਲੱਗਣਾ। ਬਲਿਹਾਰੀ ਕੁਦਰਤ ਵਸਿਆ। ਬਲਿਹਾਰੀ ਮਾਨੇ ਮੈਂ ਬਲਿਹਾਰੇ ਆ। ਕਿਉਂ ਬਲਿਹਾਰੇ ਆ? ਕਿਉਂਕਿ ਹੇ ਪ੍ਰਮਾਤਮਾ ਜੀ ਤੂੰ ਕੁਦਰਤ ਬਣਾਈ ਤੇ ਕੁਦਰਤ ਦੇ ਵਿੱਚ ਵਸ ਗਿਆ। ਕੁਦਰਤ ਬਣਾਈ, ਕੁਦਰਤ ਦੇ ਵਿੱਚ ਵਸ ਗਿਆ। ਤੇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਵਸਿਆ ਕਿੱਦਾਂ? ਹੁਣ ਇਹ ਹੁਣ ਟਕਸਾਲ ਦਾ ਜਦੋਂ ਟੀਕਾ ਪੜ੍ਹੀਏ ਨਾ, ਉਹਦੇ ਵਿੱਚ ਇਉਂ ਲਿਖਿਆ, ਕਹਿੰਦੇ ਪ੍ਰਮਾਤਮਾ ਵਾਹਿਗੁਰੂ ਕੁਦਰਤ ਦੇ ਵਿੱਚ ਅਧਿਸ਼ਟਾਨ ਰੂਪ ਹੋ ਕੇ ਵਸ ਰਿਹਾ। ਹਰ ਇੱਕ ਦੇ ਵਿੱਚ ਹੈ। ਤੇ ਜਦੋਂ ਕੋਈ ਇਹ ਆਖੇਗਾ ਕਿ ਪ੍ਰਮਾਤਮਾ ਜੇ ਹਰ ਇੱਕ ਵਿੱਚ ਹੈ ਤੇ ਜਿਹੜਾ ਨੀਚ ਹੈ ਫਿਰ ਉਹਦੇ ਵਿੱਚ ਵੀ ਇਹਦਾ ਨੀਚ ਕੰਮ ਵੀ ਰੱਬ ਹੀ ਕਰਦਾ ਹੋਵੇਗਾ, ਇਹ ਵੀ ਗੱਲ ਕਹੇਗਾ ਨਾ ਬੰਦਾ। ਹੁਣ ਸਵਾਲ ਕਰਨ ਵਾਲੇ ਤੇ ਵੱਡੇ ਵੱਡੇ ਪਏ ਦੁਨੀਆ ਦੇ ਵਿੱਚ। ਤੇ ਫਿਰ ਇਉਂ ਉਹਦਾ ਜਵਾਬ ਹੈ ਕਿ ਸੂਰਜ ਜਿਹੜਾ ਉਹਦੀਆਂ ਕਿਰਨਾਂ ਹਰ ਥਾਂ ਤੇ ਪੈ ਰਹੀਆਂ, ਗੰਦਗੀ ਤੇ ਵੀ ਪੈ ਰਹੀਆਂ ਨੇ, ਪਰ ਇਹਦਾ ਭਾਵ ਇਹ ਨਹੀਂ ਕਿ ਸੂਰਜ ਦੀਆਂ ਕਿਰਨਾਂ ਗੰਦਗੀ ਤੇ ਪੈ ਕੇ ਗੰਦੀਆਂ ਹੋ ਗਈਆਂ। ਨਹੀਂ, ਉਹ ਗੰਦੀਆਂ ਨਹੀਂ ਹੋ ਸਕਦੀਆਂ। ਇਸੇ ਪ੍ਰਕਾਰ ਪਰਮੇਸ਼ਰ ਵਾਹਿਗੁਰੂ ਹਰ ਇੱਕ ਵਿੱਚ ਵਾਸਾ ਰੱਖਦਾ ਹੈ, ਪਰ ਹਰ ਇੱਕ ਵਾਸਾ ਰੱਖਣ ਦਾ ਕਾਰਨ ਇਹ ਨਹੀਂ ਕਿ ਪਰਮੇਸ਼ਰ ਵਾਹਿਗੁਰੂ ਆਪ ਵੀ ਉਦਾਂ ਦਾ ਹੀ ਹੋ ਗਿਆ ਜਿੱਦਾਂ ਦੇ ਜੀਵ ਵਿੱਚ ਵਸ ਗਿਆ। ਨਹੀਂ, ਉਹ ਤੇ ਵਾਹਿਗੁਰੂ ਪਰਮੇਸ਼ਰ ਅਧਿਸ਼ਟਾਨ ਰੂਪ ਹੋ ਕੇ ਵਸ ਰਿਹਾ ਹੈ ਤੇ ਉਹ ਨਿਰਮਲ ਦਾ ਨਿਰਮਲ ਹੀ ਹੈ, ਪਰ ਵਸ ਹਰ ਇੱਕ ਦੇ ਵਿੱਚ ਹੀ ਰਿਹਾ। ਬਲਿਹਾਰੀ ਹੇ ਪ੍ਰਮਾਤਮਾ ਤੇਰੇ ਤੋਂ ਬਲਿਹਾਰੇ ਜਾਣੇ, ਤੂੰ ਕੁਦਰਤ ਦੇ ਵਿੱਚ ਵਸਿਆ ਹੋਇਆ ਹਾਂ। ਤੇਰਾ ਅੰਤ ਨਾ ਜਾਏ ਲਖਿਆ। ਫਿਰ ਦੁਨੀਆ ਦੇ ਲੋਕਾਂ ਨੇ ਤੇਰਾ ਅੰਤ ਪਾਉਣਾ ਚਾਹਿਆ। ਵੇ ਹੇ ਵਾਹਿਗੁਰੂ ਪ੍ਰਮਾਤਮਾ, ਦੁਨੀਆ ਦਾ ਮਹਾਨ ਫਿਲਾਸਫਰ ਹੋਇਆ ਸ਼ੁਕਰਾਤ। ਸ਼ੁਕਰਾਤ ਸਮੁੰਦਰ ਦੇ ਕੰਢੇ ਟਹਿਲ ਰਿਹਾ ਸੀ ਤੇ ਇੱਕ ਬੱਚਾ ਕੀ ਕਰਦਾ, ਉਹਨੇ ਚਮਚਾ ਹੱਥ ਵਿੱਚ ਫੜਿਆ ਹੋਇਆ ਤੇ ਚਮਚੇ ਨਾਲ ਉਹ ਨਾ ਸਮੁੰਦਰ ਵਿੱਚੋਂ ਪਾਣੀ ਭਰ ਕੇ ਬਾਹਰ ਡੋਲ ਦਿੰਦਾ, ਬਾਰ-ਬਾਰ ਇਦਾਂ ਕਰਦਾ। ਤੇ ਸ਼ੁਕਰਾਤ ਪੁੱਛਦਾ ਕੀ ਕਰਦਾ? ਕਹਿੰਦਾ ਮੈਂ ਨਾ ਸਮੁੰਦਰ ਉਲਝ ਰਿਹਾ ਆ, ਸਮੁੰਦਰ ਖਾਲੀ ਕਰ ਰਿਹਾ। ਸ਼ੁਕਰਾਤ ਕਹਿੰਦਾ ਉਦਾਂ ਏਦਾਂ ਹੋ ਜਾਏਗਾ। ਤੇ ਉਹ ਅੱਗੋਂ ਬੱਚਾ ਰੋਣ ਲੱਗ ਪਿਆ ਕਿ ਇਹ ਕੀ ਕਹਿਤਾ ਹੈ ਫਕੀਰ ਨੇ। ਤੇ ਕਹਿੰਦੇ ਸ਼ੁਕਰਾਤ ਵੀ ਰੋਣ ਲੱਗ ਪਿਆ ਉੱਥੇ ਬਹਿ ਕੇ। ਤੇ ਫਿਰ ਸ਼ੁਕਰਾਤ ਕਹਿੰਦਾ ਪੁੱਤਰ ਗੱਲ ਇਹ ਆ, ਸਮੁੰਦਰ ਤੇ ਉਲਝਿਆ ਨਹੀਂ ਜਾਣਾ, ਜਿਹੜੇ ਚਮਚੇ ਨਾਲ ਉਲਝ ਰਿਹਾ ਚੁੱਕ ਕੇ ਇਹਨੂੰ ਵਿੱਚ ਸੁੱਟ ਦੇ। ਸੁੱਟ ਦਿੱਤਾ ਉਹਨੇ। ਇੱਥੋਂ ਕੀ ਸਮਝਾਇਆ ਸ਼ੁਕਰਾਤ ਨੇ? ਕਹਿੰਦਾ ਗੱਲ ਇਹ ਹੈ ਕਿ ਇਹ ਤੇ ਚਮਚੇ ਨਾਲ ਉਲਝ ਰਿਹਾ ਸਮੁੰਦਰ ਨੂੰ, ਮੈਂ ਆਪਣੀ ਮੱਤ ਨਾਲ ਪਰਮੇਸ਼ਰ ਰੂਪੀ ਸਮੁੰਦਰ ਨੂੰ ਉਲਝ ਰਿਹਾ। ਮੈਂ ਆਪਣੀ ਮੱਤ ਨਾਲ ਹੀ ਸਮਝੀ ਜਾਂਦਾ ਕਿ ਮੈਂ ਪਰਮੇਸ਼ਰ ਦਾ ਅੰਤ ਪਾ ਲੈਣਾ। ਹੁਣ ਚਮਚਿਆਂ ਨਾਲ ਵੀ ਕਦੇ ਸਮੁੰਦਰਾਂ ਦੇ ਅੰਤ ਪਏ ਨਾ, ਚਮਚਿਆਂ ਨਾਲ ਸਮੁੰਦਰਾਂ ਦੇ ਅੰਤ ਪੈਣਗੇ ਤੇ ਨਾ ਆ ਮੱਤ ਰੂਪੀ ਚਮਚਿਆਂ ਨਾਲ ਰੱਬ ਦਾ ਅੰਤ ਪਏਗਾ, ਨਹੀਂ ਪੈ ਸਕਦਾ। ਇਸ ਪ੍ਰਕਾਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦਾ ਅੰਤ ਕੋਈ ਨਹੀਂ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਹੇ ਪ੍ਰਮਾਤਮਾ ਤੇਰੀ ਮਹਿਮਾ ਨਹੀਂ ਵਰਣਨ ਕੀਤੀ ਜਾ ਸਕਦੀ। ਤੂੰ ਸੁਲਤਾਨ ਕਹਾ ਹਉ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇਹ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਅੱਗੇ ਕਹਿੰਦੇ ਤੇਰੇ ਗੁਣ ਗਾਵਾਂ। ਪ੍ਰਮਾਤਮਾ ਮੈਨੂੰ ਸਮਝਾ ਦੇ ਕਿ ਤੇਰੇ ਗੁਣ ਗਾਵਾਂ, ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮਹਿ ਰਹੋ ਰਜਾਈ। ਹੇ ਪ੍ਰਮਾਤਮਾ ਤੂੰ ਕਿਰਪਾ ਕਰ, ਤੇਰੇ ਗੁਣ ਗਾਉਣੇ ਮੈਨੂੰ ਆ ਜਾਣ, ਮੈਂ ਕਿਤੇ ਤੇਰਾ ਅੰਤ ਨਾ ਪਾਉਣ ਤੁਰ ਪਵਾਂ। ਤੇਰਾ ਅੰਤ ਪੈਣਾ ਨਹੀਂ, ਕਿਉਂਕਿ ਨਾ ਬ੍ਰਹਮਾ ਵਿਸ਼ਨੂੰ ਮਹੇਸ਼ ਨੇ ਅੰਤ ਪਾਇਆ ਤੇ ਨਾ ਅਸੀਂ ਪਾ ਸਕਦੇ, ਕੋਈ ਵੀ ਨਹੀਂ ਪਾ ਸਕਦਾ। ਇੱਥੋਂ ਤੱਕ ਲਿਖਿਆ ਕਹਿੰਦੇ ਅੰਤ ਕੋ ਚਾਹਨ ਜੋ ਗਏ ਸੋ ਆਏ ਅਨੰਤ ਗਵਾਏ। ਜਿਨ੍ਹਾਂ ਅੰਤ ਪਾਉਣ ਦਾ ਯਤਨ ਕੀਤਾ ਉਹ ਆਪਣਾ ਆਪ ਹੀ ਗਵਾ ਬੈਠੇ, ਵਿਚਾਰਿਆਂ ਨੇ ਅੰਤ ਕੀ ਪਾਉਣਾ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਆਪਣੀ ਮੱਤ ਨਾਲ ਪਰਮੇਸ਼ਰ ਦਾ ਅੰਤ ਨਾ ਪਾਉਣ ਤੁਰ, ਉਹਦਾ ਅੰਤ ਅਜੇ ਤੱਕ ਕਿਸੇ ਨੇ ਵੀ ਪਾਇਆ ਨਹੀਂ, ਕਿਸੇ ਨੇ ਵੀ ਨਹੀਂ ਜਾਣਿਆ ਹੈ। ਪਰਮੇਸ਼ਰ ਜੀ ਤੁਹਾਡਾ ਲਖਿਆ ਮਾਨੇ ਜਾਣਿਆ। ਇਹ ਪਾਠ ਨਾ ਸ਼ਾਮ ਨੂੰ ਜਦੋਂ ਕਰਦੇ ਕਈ ਵਾਰੀ ਸੁਣੀਦਾ ਲਖਿਆ ਪੜ ਜਾਂਦੇ, ਇਹ ਲਖਿਆ ਨਹੀਂ, ਇਹ ਪੋਲਾ ਪੜਨਾ ਲਖਿਆ। ਲਖਿਆ ਮਾਨੇ ਜਾਣਨਾ। ਹੇ ਪਰਮੇਸ਼ਰ ਤੇਰਾ ਅੰਤ ਕਿਸੇ ਨੇ ਨਹੀਂ ਲਖਿਆ ਮਾਨੇ ਜਾਣਿਆ ਹੈ। ਰਹਾਓ ਅੱਗੇ ਬਖਸ਼ਿਸ਼ ਕਰਦੇ
ਵਿਸਰਾਮ ਦਿੰਦੇ ਨੇ ਇੱਥੇ ਸਤਿਗੁਰੂ ਜੀ। ਜਾਤ ਮਹਿ ਜੋਤ, ਜੋਤ ਮਹਿ ਜਾਤਾ। ਹੁਣ ਜਾਤ ਦਾ ਅਰਥ ਕਰਾਂਗੇ, ਆ ਜਿਹੜੇ ਵੰਨ ਸਵੰਨੇ ਜੀਵ ਬਣਾਏ ਨੇ ਇਹ ਪ੍ਰਮਾਤਮਾ ਨੇ ਜਾਤਾਂ ਬਣਾਈਆਂ। ਜਾਤ ਪਾਤ ਦੀ ਗੱਲ ਨਹੀਂ ਇੱਥੇ, ਇੱਥੇ ਗੱਲ ਆ ਜਿਹੜੇ ਜੀਵ ਬਣਾਏ ਨਾ ਇਹ ਜਾਤਾਂ ਨੇ। ਜਾਤ ਮਹਿ ਜੋਤ, ਇਹਨਾਂ ਵਿੱਚ ਹੈ ਪ੍ਰਮਾਤਮਾ ਤੇਰੀ ਜੋਤ ਹੈ। ਆ ਜਿਹੜੇ ਵੰਨ ਸਵੰਨੇ ਜੀਵ ਬਣਾਏ ਨਾ ਇਹਨਾਂ ਵਿੱਚ ਤੇਰੀ ਜੋਤ ਹੈ। ਜੋਤ ਮਹਿ ਜਾਤਾ, ਹੇ ਪ੍ਰਮਾਤਮਾ ਜੋਤ ਮਹਿ ਜਾਤਾ। ਫਿਰ ਜੋਤ ਵਿੱਚ ਆ ਜਿਹੜੀ ਕੁਦਰਤ ਇਹ ਵੀ ਜਾਣੀ ਜਾਂਦੀ। ਹੁਣ ਇਹਦੇ ਅਰਥ ਥੋੜੇ ਨਾ ਮਹਿੰਗੇ ਨੇ, ਸਮਝ ਲੱਗਦੇ ਨਹੀਂ ਛੇਤੀ, ਪਰ ਜਦੋਂ ਥੋੜਾ ਜਿਹਾ ਦ੍ਰਿਸ਼ਟੀ ਨੂੰ ਖੋਲ ਕੇ ਚੰਗੀ ਤਰ੍ਹਾਂ ਸੁਣੀਏ ਤੇ ਫਿਰ ਸਮਝ ਲੱਗ ਜਾਂਦੀ। ਇਹਦੇ ਅਰਥ ਇਹ ਨੇ, ਜੋਤ ਮਹਿ ਜਾਤਾ, ਹੈ ਪ੍ਰਮਾਤਮਾ ਤੂੰ ਜੋਤ ਵਿੱਚ ਵਸਿਆ ਹੋਇਆ। ਤੇਰੀ ਜਿਹੜੀ ਜੋਤ ਨੇ ਇਹਦੇ ਵਿੱਚ ਹੀ ਸੰਸਾਰ ਹੈ। ਇਹ ਕਿੱਦਾਂ ਵਿਦਵਾਨਾਂ ਨੇ ਅਰਥ ਕੀਤੇ? ਕਹਿੰਦੇ ਜਿੱਦਾਂ ਸਿੱਪੀ ਦੇ ਵਿੱਚ ਚਾਂਦੀ ਹੈ ਨਾ, ਜਾਂ ਜਿੱਦਾਂ ਰੱਸੀ ਦੇ ਵਿੱਚ ਸੱਪ ਕਲਪਿਤ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਹੀ ਕਲਪਨਾ ਦੁਆਰਾ ਜੋਤ ਦੇ ਵਿੱਚ ਇਹ ਸੰਸਾਰ ਨੂੰ ਕਲਪਿਤ ਕਰ ਲਿਆ ਜਾਂਦਾ। ਵੈਸੇ ਹੈ ਨਹੀਂ, ਕਲਪਨਾ ਹੀ ਹੈ। ਜਿੱਦਾਂ ਪ੍ਰਮਾਤਮਾ ਅਧਿਸ਼ਠਾਨ ਰੂਪ ਹੈ ਨਾ, ਇਸੇ ਤਰ੍ਹਾਂ ਹੀ ਫਿਰ ਜਿਹੜੀ ਜੋਤ ਆ ਉਹਦੇ ਵਿੱਚ ਅਵਿਅਸਤ ਰੂਪ ਹੈ ਆ ਜਿਹੜੀ ਸ੍ਰਿਸ਼ਟੀ ਹੈ। ਇਹ ਅਰਥ ਕੀਤੇ ਵਿਦਵਾਨਾਂ। ਸਿੱਧੇ ਅਰਥ ਇਹ ਨੇ ਕਿ ਪ੍ਰਮਾਤਮਾ ਤੂੰ ਸੰਸਾਰ ਦੇ ਵਿੱਚ ਆ, ਤੇਰੇ ਵਿੱਚ ਸੰਸਾਰ ਹੈ। ਇਹ ਅਰਥ ਆਪਾਂ ਨੂੰ ਸੌਖੇ ਸਮਝ ਲੱਗਣ। ਸੰਸਾਰ ਵਿੱਚ ਤੂੰ ਆ, ਤੇਰੇ ਵਿੱਚ ਸੰਸਾਰ ਹੈ, ਵੱਖਰਾ ਕੁਝ ਵੀ ਨਹੀਂ ਹੈ। ਅਕਲ ਕਲਾ ਭਰਪੂਰ ਰਹਿਆ। ਅਕਲ ਜਿਹੜਾ ਕਲਪਨਾ ਤੋਂ ਰਹਿਤ ਪਾਠ ਅਕਲ ਹੀ ਕਰਨਾ, ਵੈਸੇ ਅਰਥ ਵਾਸਤੇ ਅਕਲ ਕਰਨਾ ਪਏਗਾ। ਅਕਲ ਭਾਵ ਕਲਪਨਾ ਤੋਂ ਰਹਿਤ ਆ। ਕਲਾ, ਕਲਾ ਮਾਨੇ ਤੇਰੀਆਂ ਸ਼ਕਤੀਆਂ ਭਰਪੂਰ ਨੇ ਸਾਰੇ ਪਾਸੇ। ਭਰਪੂਰ, ਭਰਪੂਰ ਹਾਂ ਸਾਰੇ ਪਾਸੇ ਤੂੰ। ਰਹਿਆ ਮਾਨੇ ਰਿਹਾ ਹਾਂ ਸਾਰੇ ਪਾਸੇ ਤੇਰੀ ਸ਼ਕਤੀ ਭਰਪੂਰ। ਕਲਪਨਾ ਤੋਂ ਰਹਿਤ ਪ੍ਰਮਾਤਮਾ ਵਾਹਿਗੁਰੂ ਵਰਤ ਰਹੀ ਹੈ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ। ਹੇ ਪ੍ਰਮਾਤਮਾ ਤੂੰ ਸੱਚਾ ਆ, ਫਿਰ ਸਾਹਿਬ ਆ ਸਾਰਿਆਂ ਦਾ। ਸਾਹਿਬ ਮਾਨੇ ਮਾਲਕ। ਸਿਫਤ, ਸਿਫਤ ਮਾਨੇ ਸਲਾਹੁਣੇ ਯੋਗ ਆ। ਸਿਫਤ ਸਿਫਤਾਂ ਕਰਨ ਯੋਗ ਆ। ਸਵਾਲਿਓ ਮਾਨੇ ਬਹੁਤਾ ਸੁੰਦਰ ਹਾਂ ਤੂੰ, ਬਹੁਤ ਸੁੰਦਰ ਆ ਪਰਮੇਸ਼ਰ ਵਾਹਿਗੁਰੂ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ। ਹੇ ਪਰਮੇਸ਼ਰ ਤੇਰੀ ਸਿਫਤ ਜਿਹੜੀ ਇੰਨੀ ਸੁੰਦਰ ਹੈ ਕਿ ਜਿਹੜਾ ਕਰਦਾ ਉਹ ਵੀ ਸੁੰਦਰ ਹੋ ਜਾਂਦਾ। ਭਾਵੇਂ ਬਾਹਰੀ ਤੌਰ ਤੇ ਉਹਦਾ ਰੂਪ ਸੋਹਣਾ ਨਹੀਂ ਨਾ, ਜੇ ਉਹ ਸਿਫਤ ਕਰਦਾ, ਸਿਫਤਾਂ ਕਰਨ ਵਾਲਾ ਦੁਨੀਆ ਦੇ ਵਿੱਚ ਕਬੂਲਿਆ ਜਾਂਦਾ, ਦੁਨੀਆ ਨੂੰ ਮੱਥੇ ਟੇਕਦੀ। ਸਾਧ ਸੰਗਤ ਜੀ, ਚਿਹਰਿਆਂ ਨੂੰ ਸੰਸਾਰ ਦੀ ਸੁੰਦਰਤਾ ਵੇਖ ਕੇ, ਮਨੁੱਖ ਦੀ ਸੁੰਦਰਤਾ ਵੇਖ ਕੇ ਕੋਈ ਨਹੀਂ ਜੇ ਮੱਥਾ ਟੇਕਦਾ, ਪਰ ਜਦੋਂ ਅੰਦਰ ਹਿਰਦਾ ਸ਼ੁੱਧ ਹੋ ਜਾਂਦਾ ਨਾ, ਅੰਦਰ ਦੀ ਸੁੰਦਰਤਾ ਵੱਧਦੀ ਹੈ, ਫਿਰ ਬਾਹਰੋਂ ਕਰੂਪ ਜਿਹੜੇ ਨੇ ਉਹਨਾਂ ਨੂੰ ਵੀ ਮੱਥੇ ਟੇਕ ਜਾਂਦੇ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਪਰਮੇਸ਼ਰ ਤੂੰ ਸੁੰਦਰ ਆ, ਤੇਰੀ ਸਿਫਤ ਬੜੀ ਸੋਹਣੀ ਹੈ, ਤੂੰ ਸਿਫਤ ਕਰਨੇ ਯੋਗ ਹਾਂ। ਜਿਨ ਕੀਤੀ ਸੋ ਪਾਰ ਪਿਆ। ਜਿਨ੍ਹਾਂ ਨੇ ਤੇਰੀ ਸਿਫਤ ਕੀਤੀ ਹੈ ਹੇ ਪਰਮੇਸ਼ਰ, ਉਹ ਪਾਰ ਲੰਘ ਗਏ ਹਨ, ਅਵਜਲ ਸੰਸਾਰ ਤੋਂ ਤਰ ਗਏ ਹਨ। ਉਹਨਾਂ ਨੂੰ ਉਹ ਸੁੱਖ ਮਿਲ ਗਿਆ ਹੈ ਜਿਹੜੇ ਸੁੱਖ ਦੀ ਭਾਲ ਵਿੱਚ ਪਰਮੇਸ਼ਰ ਦੇ ਪਿਆਰੇ ਚੱਲਦੇ ਹਨ। ਉਹ ਸਹਿਜਾ ਆਨੰਦ ਰੂਪੀ ਸੁੱਖ ਉਹਨਾਂ ਨੂੰ ਪ੍ਰਾਪਤ ਹੋ ਗਿਆ। ਉਹ ਪਾਰ ਲੰਘ ਗਏ ਹਨ ਭਵਜਲ ਸੰਸਾਰ ਤੋਂ। ਕਹੋ ਨਾਨਕ ਕਰਤੇ ਕੀਆਂ ਬਾਤਾਂ। ਕਰਤੇ ਦੀਆਂ ਬਾਤਾਂ ਜਿਨ੍ਹਾਂ ਨੇ ਕੀਤੀਆਂ ਨਾ ਸਾਧ ਸੰਗਤ ਜੀ, ਕਹੋ ਨਾਨਕ ਕਰਤੇ ਕੀਆਂ ਬਾਤਾਂ। ਕਰਤੇ ਪ੍ਰਮਾਤਮਾ ਵਾਹਿਗੁਰੂ ਜੀ ਦੀਆਂ ਗੱਲਾਂ, ਉਹਦੀਆਂ ਸਿਫਤ ਰੂਪ ਗੱਲਾਂ ਜਿਨ੍ਹਾਂ ਨੇ ਕੀਤੀਆਂ ਹਨ। ਜੋ ਕਿਛ ਕਰਨਾ ਸੋ ਕਰ ਰਹਿਆ। ਉਹ ਪਾਰ ਲੰਘ ਗਏ ਹਨ ਤੇ ਫਿਰ ਉਹਦੀਆਂ ਗੱਲਾਂ ਇਹ ਨੇ ਸਾਧ ਸੰਗਤ ਜੀ ਵੱਡੀਆਂ, ਕਿ ਜੋ ਕਰਨਾ ਚਾਹੁੰਦਾ ਹੈ ਉਹ ਕਰ ਲੈਂਦਾ। ਜੋ ਉਹਨੇ ਕੀਤਾ ਪਿੱਛੇ ਹੋਇਆ, ਜੋ ਉਹਨੇ ਅੱਗੇ ਕਰਨਾ ਉਹ ਹੋ ਜਾਣਾ। ਉਹ ਪਰਮੇਸ਼ਰ ਵਾਹਿਗੁਰੂ ਜੋ ਕਿਛ ਕਰਨਾ ਸੋ ਕਰ ਰਹਿਆ। ਜੋ ਉਹਨੇ ਕਰਨਾ ਉਹਨੇ ਕਰ ਹੀ ਦੇਣਾ ਹੈ। ਬੰਦਾ ਭਾਵੇਂ ਜੋ ਮਰਜ਼ੀ ਆਖੇ, ਜੇ ਰੱਬਾ ਏਦਾਂ ਨਾ ਕਰੀ। ਵਾਹਿਗੁਰੂ ਪਰਮੇਸ਼ਰ ਨੂੰ ਜੋ ਚੰਗਾ ਲੱਗਦਾ ਉਹੀ ਹੁੰਦਾ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਚਾ ਜੇ ਕਰ ਸਕੀ। ਸਭ ਪ੍ਰਮਾਤਮਾ ਜੀ, ਅਸੀਂ ਕੁਛ ਨਹੀਂ ਕਰ ਸਕਦੇ, ਤੂੰ ਹੀ ਜੋ ਕਰਨਾ ਹੈ ਸਾਰਾ ਕੁਛ ਹੋਣਾ ਹੈ ਤੇ ਤੇਰਾ ਕੀਤਾ ਹੀ ਹੋਣਾ ਹੈ। ਇਸ ਕਰਕੇ ਤੇਰੀ ਸਿਫਤ ਕਰਨੀ ਹੀ ਸਾਡੇ ਯੋਗ ਬਣਦੀ। ਇਸ ਪ੍ਰਕਾਰ ਇਹ ਸ਼ਬਦ ਦੀ ਵਿਚਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਕਰਵਾਈ ਹੈ। ਤੇ ਸਾਧ ਸੰਗਤ ਜੀ, ਬੇਅੰਤ ਭੁੱਲਾਂ ਹੋਈਆਂ ਭੁੱਲਾਂ ਦੀ ਖਿਮਾ।
ਆਪ ਸੰਗਤਾਂ ਦਾ ਧੰਨਵਾਦ। ਜੀ ਆਇਆਂ ਨੂੰ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੀਏ ਜੀ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਬਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਵਾਹਿਗੁਰੂ ਜੀ ਕਾ ਖਾਲਸਾ।